ਰਾਂਝਣ ਯਾਰ ਤਬੀਬ ਜਿਗਰ ਦਾ, ਰਾਂਝਣ ਯਾਰ ਤਬੀਬ ਜਿਗਰ ਦਾ, ਮਨ ਤਨ ਦਰਦ ਅਵਲੇ। ਤੇ ਜਦ ਫਿਰ ਮੈਨੂੰ ਸ਼ਾਹ ਹੁਸੈਨ ਦੀ ਪੋਇਟਰੀ ਥੋੜ੍ਹੀ ਜਿਹੀ ਸਮਝ ਆਉਣੀ ਸ਼ੁਰੂ ਹੋਈ ਤੇ ਮੇਰੇ ਤੇ ਉਹਦਾ ਅਸਰ ਹੋਣਾ ਸ਼ੁਰੂ ਹੋਇਆ। ਤੇ ਮੈਂ ਫਿਰ ਸਾਰਾ ਟਾਈਮ ਕੁਛ ਨਾ ਕੁਛ ਮੈਂ ਪੜ੍ਹਦਾ ਰਹਿਣਾ ਵਾ, ਲੱਭਦਾ ਰਹਿਣਾ ਵਾ। ਮੈਂ ਪੜ੍ਹਿਆ ਥੋੜ੍ਹਾ ਬਹੁਤ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਹ ਜਿਹੜੀਆਂ ਸ਼ਾਹ ਹੁਸੈਨ ਦੀਆਂ ਕਾਫੀਆਂ ਨੇ ਇਹ ਗਾਉਣ ਵਾਸਤੇ ਲਿਖੀਆਂ ਨੇ। ਤੇ ਮੈਂ ਕਿਹਾ ਕਿ ਕਿਉਂ ਨਾ ਮੈਂ ਵੀ ਇਹਨਾਂ ਨੂੰ ਗਾਵਾਂ। ਤੇ ਮੈਂ ਥੋੜ੍ਹੀਆਂ ਬਹੁਤ ਜੋ ਰਿਕਾਰਡਿੰਗਸ ਅਵੇਲੇਬਲ ਹਨ ਉਹ ਵੀ ਸੁਣੀਆਂ, ਪਰ ਕਿਉਂਕਿ ਮੈਂ ਸੰਗੀਤ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਇਨਵੋਲਵ ਹੈਗਾ ਸੀ, ਮੈਂ ਫਿਰ ਨਾ ਆਪਣੀਆਂ ਹੀ ਕੰਪੋਜੀਸ਼ਨਸ ਬਣਾਉਣੀਆਂ ਸ਼ੁਰੂ ਕੀਤੀਆਂ, ਛੋਟੀਆਂ ਛੋਟੀਆਂ ਸ਼ਾਹ ਹੁਸੈਨ ਦੀਆਂ ਕਾਫੀਆਂ ਗਾਉਣ ਵਾਸਤੇ। ਮੈਂ ਬਾਬਾ ਬੁੱਲੇ ਸ਼ਾਹ ਦੀ ਮੈਂ ਗਾਉਂਦਾ ਹੁੰਦਾ ਸੀ ਉਦੋਂ ਥੋੜ੍ਹੀਆਂ ਬਹੁਤ, ਪਰ ਸ਼ਾਹ ਹੁਸੈਨ ਨੇ ਮੈਨੂੰ ਇਸ ਤਰ੍ਹਾਂ ਖਿੱਚਿਆ ਕਿ ਮੇਰਾ ਫੋਕਸ ਸਾਰਾ ਸ਼ਾਹ ਹੁਸੈਨ ਹੋ ਗਿਆ। ਤੇ ਮੈਂ ਨਾ 2-3 ਸਾਲ ਸ਼ਾਹ ਹੁਸੈਨ ਬਾਰੇ ਇੱਕ ਲਾਈਨ ਲਿਖਣ ਦੀ ਗੱਲ ਤੇ ਦੂਰ ਹੈ, ਲਿਖਣ ਬਾਰੇ ਸੋਚਿਆ ਵੀ ਨਹੀਂ, ਸਿਰਫ ਸ਼ਾਹ ਹੁਸੈਨ ਨੂੰ ਗਾਇਆ, ਦਿਨ ਰਾਤ ਗਾਇਆ, ਕਿਸੇ ਦੇ ਸਾਹਮਣੇ ਨਹੀਂ, ਇਕੱਲੇ ਬੈਠ ਕੇ ਗਾਇਆ ਆਪਣੇ ਵਾਸਤੇ। ਤੇ ਉਹਦਾ ਨਤੀਜਾ ਇਹ ਹੋਇਆ ਕਿ ਇਹ ਜਿਹੜੀ ਪੋਇਟਰੀ ਹੈਗੀ ਹੈ ਨਾ, ਇੱਕ ਕਿਸਮ ਦੇ ਵਿੱਚ ਮੇਰਾ ਹਿੱਸਾ ਹੀ ਬਣ ਗਈ। ਇਹਦੇ ਦੌਰਾਨ ਮੇਰੇ ਮਨ ਦੇ ਵਿੱਚ ਖਿਆਲ ਆਇਆ, ਖਾਸ ਕਰਕੇ ਜਦ ਮੈਨੂੰ ਕਾਫੀਆਂ ਦਾ ਜੋ ਅੰਦਰਲਾ ਮਤਲਬ ਹੈ ਥੋੜ੍ਹਾ ਜਿਹਾ ਸਮਝ ਆਉਣਾ ਸ਼ੁਰੂ ਹੋਇਆ, ਤੇ ਮੈਂ ਮਹਿਸੂਸ ਕੀਤਾ ਕਿ ਮੈਂ ਜਾਣਨਾ ਚਾਹੁੰਦਾ ਵਾਂ ਕਿ ਉਹ ਕਿਹੜਾ ਸ਼ਖਸ ਸੀ, ਕੈਸਾ ਸ਼ਖਸ ਸੀ, ਕੀ ਉਹਦੇ ਐਕਸਪੀਰੀਅੰਸਿਸ ਸਨ, ਕੀ ਉਹਦਾ ਜੀਵਨ ਸੀ ਜਿਹੜਾ ਕਿ ਵਿਛੋੜੇ ਦੇ ਦਰਦ ਨੂੰ ਇੰਨੀ ਖੂਬਸੂਰਤੀ ਦੇ ਨਾਲ ਬਿਆਨ ਕਰ ਸਕਦਾ ਹੈ। ਸੋ ਉਦੋਂ ਮੈਂ ਖੋਜ ਕਰਨੀ ਸ਼ੁਰੂ ਕੀਤੀ। ਨਾ ਮੈਂ ਸੁਣਿਆ ਸੀ ਪਹਿਲਾਂ, ਜਦੋਂ ਮੈਂ ਆਪਣੀ ਪਿਛਲੀ ਕਿਤਾਬ ਕੈਮਲ ਮਰਚੈਂਟ ਆਫ ਫਿਲਾਡੈਲਫੀਆ ਲਿਖ ਰਿਹਾ ਸੀ, ਉਦੋਂ ਮੈਂ ਕਿਤੇ ਇੱਕ ਰੈਫਰੈਂਸ ਦੇਖਿਆ, ਕੋਈ ਜਰਮਨ ਵਿਜ਼ਿਟਰ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਤੇ, ਅਤੇ ਉਹਨੇ ਲਿਖਿਆ ਸੀ ਆਪਣੇ ਰੋਜ਼ਨਾਮਚੇ ਦੇ ਵਿੱਚ ਕਿ ਹਰ ਬਸੰਤ ਪੰਚਮੀ ਨੂੰ ਮਹਾਰਾਜਾ ਰਣਜੀਤ ਸਿੰਘ ਇੱਕ ਕਿਸੇ ਮਾਧੋ ਲਾਲ ਹੁਸੈਨ ਦੀ ਦਰਗਾਹ 'ਤੇ ਜਾਂਦਾ ਸੀ। ਮੈਂ ਪੜ੍ਹਿਆ ਅਤੇ ਮੈਂ ਸੋਚਿਆ ਆਪਣੇ ਮਨ 'ਚ ਕਿ ਮਾਧੋ ਲਾਲ ਹੁਸੈਨ, ਇਹ ਤਾਂ ਬੜਾ ਵਧੀਆ ਨਾਂ ਹੈ, ਇਹ ਕੀ ਹਿੰਦੂ ਸੀ ਕਿ ਮੁਸਲਮਾਨ ਸੀ, ਕੌਣ ਸੀ ਇਹ? ਪਰ ਉਹ ਮੇਰਾ ਵਿਸ਼ਾ ਨਹੀਂ ਸੀ, ਮੈਂ ਗੱਲ ਪਾਸੇ ਕਰਤੀ, ਮੈਂ ਅੱਗੇ ਨੂੰ ਤੁਰ ਪਿਆ। ਅਤੇ ਜਦ ਮੈਨੂੰ ਸ਼ਾਹ ਹੁਸੈਨ ਦੀਆਂ ਕਾਫੀਆਂ ਨਾਲ ਮੈਂ ਇੰਗੇਜ ਕਰਨਾ ਸ਼ੁਰੂ ਕੀਤਾ, ਉਦੋਂ ਵੀ ਮੈਂ ਮਾਧੋ ਲਾਲ ਹੁਸੈਨ ਅਤੇ ਸ਼ਾਹ ਹੁਸੈਨ ਦਾ ਕੋਈ ਕਨੈਕਸ਼ਨ ਨਹੀਂ ਬਣਾਇਆ। ਕਿਸ ਤਰ੍ਹਾਂ ਬਣਦਾ ਮੈਨੂੰ ਪਤਾ ਹੀ ਨਹੀਂ ਸੀ। ਪਰ ਜਦ ਮੈਂ ਸੋਚਿਆ ਕਿ ਮੈਂ ਇਸ ਸ਼ਖਸੀਅਤ ਬਾਰੇ ਕੁਛ ਜਾਣਨਾ ਚਾਹੁੰਦਾ ਹਾਂ, ਫਿਰ ਮੈਂ ਖੋਜ ਕਰਨੀ ਸ਼ੁਰੂ ਕੀਤੀ। ਫਿਰ ਮੈਨੂੰ ਸਮਝ ਆਈ ਕਿ ਮਾਧੋ ਲਾਲ ਹੁਸੈਨ ਉਹੀ ਸ਼ਾਹ ਹੁਸੈਨ ਹੀ ਸਨ, ਅਤੇ ਇਹ ਵੀ ਪਤਾ ਲੱਗਾ ਕਿ ਇੱਕ ਇਨਸਾਨ ਨਹੀਂ ਸਨ, ਦੋ ਸਨ। ਸੋ ਇਹ ਗੱਲ ਮੈਨੂੰ ਬੜੀ ਵਧੀਆ ਲੱਗੀ। ਫਿਰ ਮੈਂ ਹੋਰ ਪੜ੍ਹਿਆ ਅਤੇ ਮੈਂ ਸੋਚਿਆ ਕਿ ਮੈਂ ਸ਼ਾਹ ਹੁਸੈਨ ਦੀ ਬਾਇਓਗ੍ਰਾਫੀ ਲਿਖਦਾ ਵਾਂ। ਪਹਿਲਾਂ ਮੈਂ ਖੋਜ ਕਰਦਾ ਵਾਂ ਕਿ ਮੈਨੂੰ ਕੀ ਲੱਭ ਸਕਦਾ ਹੈਗਾ, ਅਤੇ ਫਿਰ ਮੈਂ ਉਹਦੇ ਖੋਜ ਦੇ ਆਧਾਰ 'ਤੇ ਬਾਇਓਗ੍ਰਾਫੀ ਲਿਖਾਂਗਾ। ਅੱਛਾ, ਮੈਂ ਮਟੀਰੀਅਲ ਇਕੱਠਾ ਕਰਨਾ ਸ਼ੁਰੂ ਕੀਤਾ। ਹੁਣ ਸ਼ਾਹਮੁਖੀ ਕਿਉਂਕਿ ਮੈਂ ਪੜ੍ਹ ਨਹੀਂ ਸਕਦਾ, ਉਰਦੂ ਨਹੀਂ ਮੈਂ ਪੜ੍ਹਦਾ, ਅਤੇ ਮੇਰੇ ਸੋਰਸਿਸ ਸਾਰੇ ਲਿਮਿਟਡ ਸਨ, ਜਿਹੜੇ ਅੰਗਰੇਜ਼ੀ 'ਚ ਲਿਖੇ ਹੋਏ ਨੇ ਜਾਂ ਜਿਹੜੇ ਗੁਰਮੁਖੀ 'ਚ ਲਿਖੇ ਹੋਏ ਨੇ। ਅਤੇ ਮੈਨੂੰ ਲੱਭੇ, ਕਾਫੀ ਸੋਰਸਿਸ ਲੱਭੇ। ਤੁਹਾਡੇ ਇੱਥੇ ਇਸ ਵੇਲੇ ਪੀਲਾਕ ਦੇ ਡਾਇਰੈਕਟਰ ਸਾਹਿਬ ਨੇ, ਗਾਜ਼ੀ ਸਾਹਿਬ, ਉਹ ਵੀ ਸ਼ਾਹ ਹੁਸੈਨ ਦੇ ਸਕਾਲਰ ਨੇ, ਉਹਨਾਂ ਨੂੰ ਵੀ ਮੈਂ ਮਿਲ ਕੇ ਗਿਆ ਸੀ ਇੱਥੇ। ਉਹਨਾਂ ਨੇ ਵੀ ਆਪਣੀ ਕਿਤਾਬ ਦਿੱਤੀ, ਉਹਦੇ 'ਚ ਵੀ ਥੋੜ੍ਹਾ ਜਿਹਾ ਜੀਵਨ ਉਹਨਾਂ ਦਾ ਲਿਖਿਆ ਹੈ। ਪਰ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿੰਨੇ ਵੀ ਮੇਰੇ ਸੋਰਸਿਸ ਨੇ, ਸਾਰਿਆਂ ਦੇ ਵਿੱਚ ਨਾ ਸ਼ਾਹ ਹੁਸੈਨ ਦੇ ਬਾਰੇ ਬਹੁਤ, ਜੀਵਨ ਬਾਰੇ ਬਹੁਤ ਥੋੜ੍ਹਾ ਲਿਖਿਆ। ਉਹੀ ਉਹ ਗੱਲਾਂ ਸਾਰੀਆਂ ਕਿਤਾਬਾਂ 'ਚ ਲਿਖੀਆਂ। ਅਤੇ ਮੈਨੂੰ ਡਿਸਅਪੋਇੰਟਮੈਂਟ ਵੀ ਕਾਫੀ ਹੋਈ, ਕਿਉਂਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਇਹ ਬਾਇਓਗ੍ਰਾਫੀ ਨਹੀਂ ਲਿਖੀ ਜਾ ਸਕਦੀ, ਇੰਨਾ ਮਟੀਰੀਅਲ ਨਹੀਂ ਹੈਗਾ। ਅਤੇ ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੀ ਇਮੈਜੀਨੇਸ਼ਨ ਨੂੰ ਯੂਜ਼ ਕਰਕੇ ਜੋ ਮੈਨੂੰ ਥੋੜ੍ਹਾ ਬਹੁਤ ਇਤਿਹਾਸ ਸ਼ਾਹ ਹੁਸੈਨ ਦਾ ਲੱਭਾ ਹੈ, ਉਸ ਨੂੰ ਇੱਕ ਢਾਂਚਾ ਬਣਾ ਕੇ ਫਿਰ ਮੈਂ ਇਮੈਜੀਨੇਸ਼ਨ ਦੇ ਨਾਲ ਬਾਕੀ ਜੋ ਗੈਪਸ ਹੈਗੇ ਨੇ ਭਰ ਕੇ ਮੈਂ ਇਸ ਨੂੰ ਨਾਵਲ ਦੀ ਤੌਰ ਦੇ ਵਿੱਚ ਪੇਸ਼ ਕਰਾਂ। ਸੋ ਇਸ ਤਰ੍ਹਾਂ ਮੈਂ ਸ਼ਾਹ ਹੁਸੈਨ ਦੀ ਜੀਵਨੀ ਤੱਕ ਪਹੁੰਚਿਆ।
ਤੇ 2020 ਦੇ ਵਿੱਚ ਜਦੋਂ ਮੈਂ ਲਾਹੌਰ ਆਇਆ ਸੀ, ਮੈਨੂੰ ਸ਼ਾਹ ਹੁਸੈਨ ਦੀ ਦਰਗਾਹ 'ਤੇ ਜਾਣ ਦਾ ਮੌਕਾ ਵੀ ਮਿਲਿਆ, ਤੇ ਉਸ ਤੋਂ ਬਾਅਦ ਆ ਕੇ ਫਿਰ ਮੈਂ ਵਾਪਸ US ਪਹੁੰਚ ਕੇ ਇਹ ਕਿਤਾਬ ਮੈਂ ਲਿਖੀ। ਸੋ ਇਸ ਤਰ੍ਹਾਂ ਮੇਰੀ ਇੰਗੇਜਮੈਂਟ ਸ਼ੁਰੂ ਹੋਈ ਸ਼ਾਹ ਹੁਸੈਨ ਦੇ ਨਾਲ। ਮੇਰਾ ਜੋ ਇਸ ਪਾਸੇ ਧਿਆਨ ਜਾਣਾ ਸ਼ੁਰੂ ਹੋਇਆ, ਆਪਣੇ ਕਲਚਰ ਬਾਰੇ ਮੈਂ ਜੁੜਨਾ ਸ਼ੁਰੂ ਕੀਤਾ, ਉਹ ਨਾ ਮੇਰੀ ਆਪਣੀ ਆਈਡੈਂਟੀਟੀ ਜੋ ਮੇਰੀ ਉਸ ਟਾਈਮ 'ਤੇ ਹੈਗੀ ਸੀ, ਕਿਉਂਕਿ ਮੈਂ 24-25 ਸਾਲ ਦੀ ਮੇਰੀ ਉਮਰ ਸੀ, ਮੈਂ ਇੰਡੀਆ ਦੇ ਵਿੱਚ ਕਦੀ ਪੰਜਾਬ 'ਚ ਨਹੀਂ ਰਿਹਾ, ਅਤੇ ਮੇਰੇ ਦਿਮਾਗ ਦੇ ਵਿੱਚ ਨਾ ਇਹ ਗੱਲ ਪਾਈ ਗਈ ਕਹਿ ਸਕਦੇ ਹੋ ਜਾਂ ਪੈ ਗਈ ਕਹਿ ਸਕਦੇ ਹੋ ਕਿ ਜਿਹੜਾ ਮੇਰਾ ਕਲਚਰ ਹੈ ਨਾ ਉਹ ਬਹੁਤ ਇਨਫੀਰੀਅਰ ਹੈਗਾ। ਉਹਦੀ ਵਜ੍ਹਾ ਸੀ ਕੁਛ, ਵਜ੍ਹਾ ਉਹਦੀ ਇਹ ਸੀ ਕਿ ਉਸ ਟਾਈਮ 'ਤੇ ਜੋ ਇੰਡੀਅਨ ਮੀਡੀਆ ਸੀ ਉਹਦੇ ਵਿੱਚ ਪੰਜਾਬੀਆਂ ਦੀ ਰੈਪਰੈਜ਼ੈਂਟੇਸ਼ਨ ਅਤੇ ਖਾਸ ਕਰਕੇ ਸਿੱਖਾਂ ਦੀ ਰੈਪਰੈਜ਼ੈਂਟੇਸ਼ਨ ਇੰਝ ਦੀ ਸੀ ਕਿ ਇੱਕ ਨੌਜਵਾਨ ਸਿੱਖ ਨੂੰ ਅਹਿਸਾਸ ਦਿੱਤਾ ਜਾਂਦਾ ਸੀ ਜਾਂ ਹੋ ਜਾਂਦਾ ਸੀ ਕਿ ਬਈ ਤੁਸੀਂ ਇੱਕ ਬੜੀ ਬਹਾਦਰ ਕੌਮ ਨੂੰ ਰੈਪਰੈਜ਼ੈਂਟ ਕਰਦੇ ਹੋ, ਮਿਹਨਤੀ ਕੌਮ ਹੈ ਤੁਹਾਡੀ, ਉਹ ਖੇਤੀ ਵੀ ਖੂਬ ਕਰਦੀ ਹੈ, ਪੂਰੇ ਮੁਲਕ ਨੂੰ ਅਨਾਜ ਵੀ ਦਿੰਦੀ ਹੈਗੀ ਹੈ, ਪਰ ਜਿੱਥੋਂ ਤੱਕ ਸੱਭਿਆਚਾਰ ਦਾ ਸਵਾਲ ਹੈ, ਕਲਚਰ ਦਾ ਸਵਾਲ ਹੈ, ਉੱਥੇ ਤੁਹਾਡੀ ਕੋਈ ਕੰਟਰੀਬਿਊਸ਼ਨ ਨਹੀਂ ਹੈਗੀ। ਹੋਰ ਕਲਚਰਸ ਹੈਗੇ ਨੇ ਮੁਲਕ ਦੇ ਵਿੱਚ ਜਿਨ੍ਹਾਂ ਦਾ ਨ੍ਰਿਤ ਹੈਗਾ, ਜਿਨ੍ਹਾਂ ਦਾ ਸੰਗੀਤ ਹੈਗਾ, ਜਿਨ੍ਹਾਂ ਦਾ ਇਤਿਹਾਸ ਹੈਗਾ, ਜਿਨ੍ਹਾਂ ਦਾ ਸਾਹਿਤ ਹੈਗਾ, ਬਹੁਤ ਉੱਚੇ ਲੈਵਲ ਦਾ ਹੈਗਾ, ਪਰ ਪੰਜਾਬੀ ਕਲਚਰ ਉਸ ਲੈਵਲ ਦਾ ਨਹੀਂ ਹੈਗਾ। ਇਹ ਗੱਲ ਨਾ ਮੇਰੇ ਦਿਮਾਗ ਦੇ ਵਿੱਚ ਵੜੀ ਹੋਈ ਸੀ ਪੂਰੀ ਤਰ੍ਹਾਂ। ਦੂਸਰੀ ਗੱਲ, ਸਿੱਖਾਂ ਦੀ ਇੱਕ ਫਿਜ਼ੀਕਲ ਆਈਡੈਂਟੀਟੀ ਵੀ ਬੜੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਪਛਾਣੀ ਜਾਂਦੀ ਹੈਗੀ ਹੈ, ਅਤੇ ਖਾਸ ਕਰਕੇ ਇੱਕ ਨੌਜਵਾਨ ਸਿੱਖ ਵਾਸਤੇ ਜੇ ਤੁਸੀਂ ਪੰਜਾਬ ਦੇ ਵਿੱਚ ਨਾ ਰਹਿੰਦੇ ਹੋ ਤਾਂ ਤੁਹਾਡੇ ਵਾਸਤੇ ਇੱਕ ਕਿਸਮ ਦਾ ਇੱਕ ਬੋਝ ਬਣ ਜਾਂਦਾ ਹੈ, ਕਿਉਂਕਿ ਹਰੇਕ ਤੁਹਾਨੂੰ ਇੱਕ ਅਲੱਗ ਕਿਸਮ ਦੀ ਨਜ਼ਰ ਦੇ ਨਾਲ ਦੇਖਦਾ ਹੈ। ਬਾਹਰ ਦੇ ਮੁਲਕਾਂ 'ਚ ਤਾਂ ਹੁੰਦਾ ਹੀ ਇਸ ਤਰ੍ਹਾਂ, ਪਰ ਮੈਂ ਜਿੱਥੇ ਵੱਡਾ ਹੋ ਰਿਹਾ ਸੀ ਉਹ ਬਾਹਰ ਦੇ ਮੁਲਕ ਵਾਲਾ ਹੀ ਹਾਲ ਸੀ, ਕਿਉਂਕਿ ਉੱਥੇ 2 ਸਿੱਖ ਫੈਮਿਲੀ ਸਨ ਸਿਰਫ ਪੂਰੀ ਸਟੇਟ ਦੇ ਵਿੱਚ। ਸੋ ਇਸ ਤਰ੍ਹਾਂ ਦੇ ਹਾਲਾਤਾਂ 'ਚੋਂ ਮੈਂ ਪਰਸਨਲੀ ਨਿਕਲਿਆ ਸੀ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਸੈਲਫ ਐਸਟੀਮ ਕਹਾਂਗੇ। ਆਪਣੀ ਹੋਂਦ ਦੇ ਵਿੱਚ ਮੈਨੂੰ ਉਹ ਸੈਲਫ ਐਸਟੀਮ ਮੇਰੇ ਵਿੱਚ ਬਿਲਕੁਲ ਨਹੀਂ ਸੀ ਹੈਗਾ। ਹੋਰ ਚੀਜ਼ਾਂ ਵਾਸਤੇ ਸੀ ਕਿ ਠੀਕ ਹੈ ਮੈਂ ਇੱਥੇ ਚੰਗਾ ਵਾਂ, ਮੈਂ ਇਹ ਕਰ ਲੈਂਦਾ, ਪਰ ਜਿੱਥੋਂ ਤੱਕ ਮੇਰੀ ਆਈਡੈਂਟੀਟੀ ਦਾ ਸਵਾਲ ਸੀ ਮੈਨੂੰ ਲੱਗਦਾ ਸੀ ਕਿ ਬਹੁਤ ਵੱਡਾ ਬੋਝ ਹੈ। ਆਪਣੇ ਵਿਰਸੇ ਨਾਲ ਬਹੁਤ ਸਾਰੇ ਯੰਗ ਲੋਕੀ ਅੱਜ ਨਹੀਂ ਜੁੜੇ ਹੋਏ, ਕਿਉਂਕਿ ਅੱਜ ਕੱਲ੍ਹ ਉਹਨਾਂ ਨੂੰ ਡਿਸਟਰੈਕਸ਼ਨਸ ਬੜੀਆਂ ਨੇ, ਸੋਸ਼ਲ ਮੀਡੀਆ ਹੈ, ਸਭ ਕੁਛ ਹੈ, ਉਹ ਇੱਕ ਗਲੋਬਲ ਕਲਚਰ ਬਣ ਗਿਆ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਉੱਚਾ ਹੈ, ਸੁਪੀਰੀਅਰ ਹੈ। ਹਰ ਇੱਕ ਕੋਈ ਉਸ ਤਰ੍ਹਾਂ ਦੇ ਕੱਪੜੇ ਪਾਉਣਾ ਚਾਹੁੰਦਾ ਹੈ, ਉਸ ਤਰ੍ਹਾਂ ਦੇ ਸੰਗੀਤ ਦੇ ਨਾਲ ਆਈਡੈਂਟੀਫਾਈ ਕਰਦਾ ਹੈ, ਅਤੇ ਕਰਨ 'ਚ ਕੋਈ ਹਰਜ ਵੀ ਨਹੀਂ ਜੇ ਤੁਸੀਂ ਇਸ ਗੱਲ ਦਾ ਅਹਿਸਾਸ ਤੁਹਾਨੂੰ ਹੋਵੇ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਕਿੱਥੋਂ ਆਏ ਹੋ। ਮੇਰੇ ਵਿੱਚ ਪਰਿਵਰਤਨ ਉਦੋਂ ਆਉਣਾ ਸ਼ੁਰੂ ਹੋਇਆ ਜਦ ਮੈਂ ਆਪਣੇ ਆਪ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ, ਜਦ ਮੈਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ, ਜਦ ਮੈਨੂੰ ਸਮਝ ਇਹ ਗੱਲ ਆਉਣੀ ਸ਼ੁਰੂ ਹੋਈ ਕਿ ਇਸ ਆਈਡੈਂਟੀਟੀ ਨੂੰ ਬਣਾਉਣ ਵਾਸਤੇ ਅਤੇ ਇਸ ਨੂੰ ਕਾਇਮ ਰੱਖਣ ਵਾਸਤੇ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ। ਜਿਹੜੇ ਸਾਡੇ ਬਜ਼ੁਰਗ ਸਨ, ਕਿੰਨਾ ਖੂਨ ਡੁੱਲਿਆ, ਕਿਸ ਕੀਮਤ 'ਤੇ ਇਸ ਆਈਡੈਂਟੀਟੀ ਨੂੰ ਕਾਇਮ ਰੱਖਿਆ ਗਿਆ। ਉਸ ਵੇਲੇ ਮੇਰੇ ਅੰਦਰ ਪਹਿਲੀ ਵਾਰ ਆਪਣੀ ਆਈਡੈਂਟੀਟੀ ਵੱਲ ਕੁਛ ਥੋੜ੍ਹਾ ਜਿਹਾ ਰਿਸਪੈਕਟ ਜਾਗਣਾ ਸ਼ੁਰੂ ਹੋਇਆ। ਸੋ ਜਿੰਨੀ ਦੇਰ ਤੱਕ ਕੋਈ ਨੌਜਵਾਨ ਦੇ ਮਨ ਦੇ ਵਿੱਚ ਆਪਣੇ ਵਿਰਸੇ ਵਾਸਤੇ, ਆਪਣੇ ਕਲਚਰ ਵਾਸਤੇ ਅੰਦਰੋਂ ਰਿਸਪੈਕਟ ਨਹੀਂ ਪੈਦਾ ਹੋਏਗਾ, ਉਨੀ ਦੇਰ ਤੱਕ ਉਹ ਉਸ ਨੂੰ ਨਹੀਂ ਅਪਣਾਏਗਾ। ਮਾਂ ਪਿਓ ਜੋ ਮਰਜ਼ੀ ਕਹਿ ਲੈਣ, ਜਿੰਨੀਆਂ ਮਰਜ਼ੀ ਕਲਾਸਾਂ 'ਚ ਲੈ ਜਾਣ, ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹਾ ਦੇਣ, ਉਹਨਾਂ ਨੂੰ ਕੋਈ ਅਸਰ ਨਹੀਂ ਹੋਏਗਾ। ਅੰਦਰੋਂ ਇਹ ਗੱਲ ਆਉਣੀ ਚਾਹੀਦੀ ਹੈ ਕਿ ਹਾਂ, ਜੋ ਜਿੱਥੋਂ ਮੈਂ ਆਇਆ ਹਾਂ ਮੈਂ ਉਸ ਦੇ ਨਾਲ ਆਈਡੈਂਟੀਫਾਈ ਕਰਦਾ ਹਾਂ। ਇਹ ਮੇਰਾ ਐਕਸਪੀਰੀਅੰਸ ਸੀ। ਇਹ 1984 ਦੇ ਟਰਾਮਾ ਬਾਰੇ ਹੈਗੀ ਹੈ, ਜਿਹਦੇ ਦੌਰਾਨ ਸਿੱਖਾਂ ਨੂੰ ਬਹੁਤ ਟਾਰਗੇਟ ਕੀਤਾ ਗਿਆ ਸੀ ਇੰਡੀਆ ਦੇ ਵਿੱਚ,
ਤੇ ਉਹ ਕਿਉਂਕਿ ਅੱਜ ਸਾਡੇ ਟੌਪਿਕ ਦੇ ਨਾਲ ਬਹੁਤ ਜ਼ਿਆਦਾ ਉਹਦਾ ਕੋਈ ਕਨੈਕਸ਼ਨ ਨਹੀਂ, ਮੈਂ ਵਿਸਤਾਰ 'ਚ ਉਹਦੇ ਬਾਰੇ ਗੱਲ ਨਹੀਂ ਕਰਾਂਗਾ। ਮੈਂ ਸਿਰਫ ਇਹ ਗੱਲ ਕਹਾਂਗਾ ਕਿ ਦੇਖੋ ਇਨਸਾਨ ਦੀ ਹਾਲਤ ਹੀ ਇੰਜ ਦੀ ਹੈ ਕਿ ਕੋਈ ਐਸੀ ਸੁਸਾਇਟੀ ਨਹੀਂ, ਕੋਈ ਐਸਾ ਮੁਲਕ ਨਹੀਂ ਜਿਹਦੇ ਵਿੱਚ ਇਸ ਤਰ੍ਹਾਂ ਦਾ ਟਰਾਮਾ ਨਾ ਹੋਵੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਇਨਸਾਨ ਇਵੋਲਵ ਹੁੰਦਾ ਹੈ, ਅਸੀਂ ਉਮੀਦ ਰੱਖਦੇ ਹਾਂ ਕਿ ਉਹਦਾ ਦਿਮਾਗ ਵੀ ਇਨਵੋਲਵ ਹੋਏਗਾ ਤੇ ਇੰਜ ਦੀਆਂ ਚੀਜ਼ਾਂ ਨੂੰ ਅਸੀਂ ਭੁੱਲ ਸਕਾਂਗੇ ਤੇ ਅੱਗੇ ਜਾ ਕੇ ਨਹੀਂ ਹੋਣਗੀਆਂ। ਪਰ ਸਬੂਤ ਸਾਡੇ ਸਾਹਮਣੇ ਇਸ ਤਰ੍ਹਾਂ ਨਹੀਂ ਹੋ ਰਿਹਾ। ਹੁਣ ਅੱਜ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਸਭ ਸਾਡੀ ਦੁਨੀਆ ਦੀ ਅੱਖਾਂ ਸਾਹਮਣੇ ਹੈ, ਤੇ ਨਾ ਤੇ ਪਹਿਲਾ ਗਾਜ਼ਾ ਹੈ ਨਾ ਹੀ ਇਹ ਆਖਰੀ ਗਾਜ਼ਾ ਹੈ। ਇਹ ਇਸ ਤਰ੍ਹਾਂ ਤੇ ਬਾਰ-ਬਾਰ ਹੁੰਦਾ ਹੀ ਆਇਆ ਤੇ ਹੁੰਦਾ ਹੀ ਰਹੇਗਾ। ਸੋ ਪਾਰਟੀਸ਼ਨ ਦੀਆਂ ਕਹਾਣੀਆਂ, 84 ਦੀਆਂ ਕਹਾਣੀਆਂ, ਹੋਰ ਟਰਾਮਾ ਦੀਆਂ ਕਹਾਣੀਆਂ, ਇਹਨਾਂ ਦੀ ਬਹੁਤ ਅਹਿਮੀਅਤ ਹੈ ਕਿ ਤਾਰੀਖ ਦੇ ਵਿੱਚ ਸਿਰਫ ਉਹ ਗੱਲ ਲਿਖੀ ਜਾਏਗੀ ਜਿਹੜੀ ਗੱਲ ਹੁਕੂਮਤ ਚਾਹੁੰਦੀ ਹੈ ਲਿਖੀ ਜਾਏ, ਜ਼ਰੂਰੀ ਨਹੀਂ ਕਿ ਅਸਲੀਅਤ ਲਿਖੀ ਜਾਏਗੀ। ਇੱਥੇ ਸਾਹਿਤ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਤੁਸੀਂ ਲਿਟਰੇਚਰ ਦੇ ਵਿੱਚ ਉਹ ਗੱਲ ਕਰ ਸਕਦੇ ਹੋ ਜਿਹੜੀ ਤੁਸੀਂ ਹੋਰ ਕਿਤੇ ਨਹੀਂ ਕਰ ਸਕਦੇ, ਕਿਉਂਕਿ ਜਿਹੜੇ ਹਾਕਮ ਹੁੰਦੇ ਨੇ ਉਹ ਬਹੁਤੇ ਤਾਂ ਪੜ੍ਹਦੇ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਲੱਗਦਾ ਤੁਸੀਂ ਲਿਖ ਕੀ ਗਏ ਹੋ। ਪਰ ਮਜ਼ਾਕ ਤੋਂ ਇਲਾਵਾ ਹਿਸਟਰੀ ਨੂੰ ਰਿਕਾਰਡ ਕਰਨਾ ਲਿਟਰੇਚਰ ਰਾਹੀਂ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਇਹ ਗੱਲ ਤਾਂ ਕਦ ਦੀ ਚੱਲੀ ਆ ਰਹੀ ਹੈ ਕਿ ਜਿਹੜੀ ਤਾਰੀਖ ਹੁੰਦੀ ਹੈ ਉਹ ਕਦੀ ਵੀ ਪੂਰੀ ਨਹੀਂ ਹੁੰਦੀ, ਉਹਦੇ ਵਿੱਚ ਚੀਜ਼ਾਂ ਮਿਸਿੰਗ ਹੁੰਦੀਆਂ ਨੇ ਤੇ ਸਾਹਿਤ ਫਿਰ ਉਸ ਨੂੰ ਪ੍ਰੀਜ਼ਰਵ ਕਰਕੇ ਰੱਖਦਾ ਹੈ। ਇਸ ਤਰੀਕੇ ਦੇ ਨਾਲ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਮੇਰਾ ਇੱਕ ਬਹੁਤ ਹੀ ਫੇਵਰੇਟ ਰਾਈਟਰ ਹੈ ਗੈਬਰੀਅਲ ਗਾਰਸੀਆ ਮਾਰਕੇਜ਼, ਜਿਹਨੂੰ ਮੈਂ ਬੜੀ ਛੋਟੀ ਉਮਰ ਦੇ ਵਿੱਚ ਪੜ੍ਹਿਆ, ਤੇ ਖਾਸ ਕਰਕੇ ਗੈਬਰੀਅਲ ਗਾਰਸੀਆ ਮਾਰਕੇਜ਼ ਦੀ ਇੱਕ ਕਿਤਾਬ ਹੈ 100 Years of Solitude। ਉਹਦੇ ਵਿੱਚ ਮਾਰਕੇਜ਼ ਨੇ ਜ਼ਿਕਰ ਕੀਤਾ ਹੈ ਇੱਕ ਐਸਾ ਹੀ ਟਰਾਮੈਟਿਕ ਇਨਸੀਡੈਂਟ ਦਾ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸਾਡਾ ਜਿਹੜਾ ਇਤਿਹਾਸ ਹੈ, ਇਹ ਰਣਜੀਤ ਸਿੰਘ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ ਨਹੀਂ ਹੈਗਾ, ਪੰਜਾਬੀਆਂ ਦਾ ਨਹੀਂ, ਹਿੰਦੁਸਤਾਨੀਆਂ ਦਾ ਨਹੀਂ, ਸਾਡਾ ਸਾਂਝਾ ਹੈ। ਕਿਉਂਕਿ ਦੇਖੋ ਇਹ ਜ਼ਮੀਨ ਤੇ ਉਹੀ ਹੈ ਨਾ, ਤੇ ਇੱਥੇ ਵੀ ਪਰਿਵਰਤਨ ਮੈਨੂੰ ਪੂਰਾ ਯਕੀਨ ਹੈ ਆਏਗਾ, ਜ਼ਰੂਰ ਆਏਗਾ। ਕਿਉਂਕਿ ਮੈਂ ਜਿੰਨੀ ਵਾਰੀ ਵੀ ਇੱਥੇ ਆਇਆ ਹਾਂ, ਮੈਨੂੰ ਤੁਹਾਡੇ ਕਈ ਐਕੈਡੈਮਿਕਸ, ਹਿਸਟੋਰੀਅਨਸ, ਹਿਸਟਰੀ ਦੇ ਟੀਚਰ ਮਿਲੇ ਨੇ ਜਿਨ੍ਹਾਂ ਨੇ ਇਹ ਗੱਲ ਬਾਰ-ਬਾਰ ਦੁਹਰਾਈ ਹੈ ਕਿ ਇਹ ਸਾਡਾ ਵੀ ਇਤਿਹਾਸ ਹੈ ਤੇ ਇੱਥੇ ਪੜ੍ਹਾਇਆ ਜਾਣਾ ਚਾਹੀਦਾ, ਪੜ੍ਹਿਆ ਜਾਣਾ ਚਾਹੀਦਾ। ਮੈਂ ਆਪਣੇ ਲੈਵਲ 'ਤੇ ਤਾਂ ਇੰਨੀ ਕੋਸ਼ਿਸ਼ ਕਰ ਸਕਦਾ ਵਾਂ ਕਿ ਮੇਰੀਆਂ ਜਿਹੜੀਆਂ ਕਿਤਾਬਾਂ ਨੇ ਇਤਿਹਾਸ ਬਾਰੇ ਉਹ ਇੱਥੇ ਛਪਣ। ਹੁਣ ਮੇਰੀ ਇੱਕ ਛਪੀ ਹੈ ਤੇ ਸ਼ਾਇਦ ਹੋਰ ਵੀ ਇੱਥੇ ਆਉਣਗੀਆਂ, ਤੇ ਇੰਜ ਦੀਆਂ ਸ਼ਾਇਦ ਹੋਰ ਵੀ ਕਿਤਾਬਾਂ ਆਉਣਗੀਆਂ ਜਿਹਦੇ ਨਾਲ ਡਿਸਕਸ਼ਨ ਹੋਏਗੀ, ਚਰਚਾ ਹੋਏਗੀ। ਜਿੱਥੋਂ ਤੱਕ ਕਿ ਨੈਟਫਲਿਕਸ ਸੀਰੀਜ਼ ਦਾ ਸਵਾਲ ਹੈ, ਮੇਰੀ ਕੈਮਲ ਮਰਚੈਂਟ ਆਫ ਫਿਲਾਡੈਲਫੀਆ ਕਿਤਾਬ ਇਸੇ ਨੀਅਤ ਨਾਲ ਲਿਖੀ ਗਈ ਸੀ। ਮੈਂ ਕਿਤਾਬ ਹਿਸਟਰੀ ਦੀ ਨਹੀਂ ਸੀ ਲਿਖ ਰਿਹਾ, ਮੈਂ ਬੈਕਗਰਾਊਂਡ ਰਿਸਰਚ ਕਰ ਰਿਹਾ ਸੀ ਕਿ ਮੈਂ ਥੋੜ੍ਹੀ ਰਿਸਰਚ ਇਕੱਠੀ ਕਰਾਂ ਜਿਹਦੇ ਆਧਾਰ ਦੇ ਉੱਤੇ ਟੀਵੀ ਸੀਰੀਜ਼ ਬਣ ਸਕੇ। ਸੋ ਇਹ ਕੰਮ ਇਸੇ ਵਾਸਤੇ ਸ਼ੁਰੂ ਹੋਇਆ ਸੀ। ਹੋਇਆ ਕਿ ਮੈਂ 7-8 ਵੱਖਰੀ ਸ਼ਖਸੀਅਤਾਂ ਬਾਰੇ ਲਿਖਿਆ ਤੇ ਮੈਨੂੰ ਮਹਿਸੂਸ ਹੋਇਆ ਕਿ ਇਹ ਕਿਤਾਬ ਦੇ ਤੌਰ ਤੇ ਵੀ ਪਬਲਿਸ਼ ਹੋ ਸਕਦੀ ਹੈ। ਸੋ 2019 'ਚ ਪਬਲਿਸ਼ ਹੋਈ ਤੇ 3 ਮਹੀਨਿਆਂ ਦੇ ਵਿੱਚ ਹੀ ਇੱਕ ਬੜਾ ਵੱਡਾ ਪ੍ਰੋਡਕਸ਼ਨ ਹਾਊਸ ਹੈ, ਗਲੋਬਲ ਪ੍ਰੋਡਕਸ਼ਨ ਹਾਊਸ ਹੈ ਐਂਡਮੋਲ। ਸੋ ਉਹ ਆਪਣੇ ਨਾਂ 'ਤੇ ਟੀਵੀ ਸ਼ੋਜ਼ ਨਹੀਂ ਬਣਾਉਂਦੇ, ਪਰ ਬੜੇ ਵੱਡੇ ਟੀਵੀ ਸ਼ੋਜ਼ ਜਿਹੜੇ ਨੈਟਫਲਿਕਸ 'ਤੇ ਚੱਲਦੇ ਨੇ, ਜਿਸ ਤਰ੍ਹਾਂ ਕਿ ਪੀਕੀ ਬਲਾਈਂਡਰਸ, ਹੋਰ ਕਈ ਸ਼ੋਜ਼ ਐਂਡਮੋਲ ਬਣਾਉਂਦਾ, ਪ੍ਰੋਡਕਸ਼ਨ ਹਾਊਸ ਹੈ, ਇੰਡੀਆ 'ਚ ਵੀ ਬਹੁਤ ਕੰਮ ਕਰਦੇ ਨੇ। ਉਹਨਾਂ ਨੇ ਫਟਾਫਟ ਮੇਰੀ ਕਿਤਾਬ ਨੂੰ ਆਪਸ਼ਨ ਕਰ ਲਿਆ, ਕੈਮਲ ਮਰਚੈਂਟ ਆਫ ਫਿਲਾਡੈਲਫੀਆ ਨੂੰ ਟੀਵੀ ਸੀਰੀਜ਼ ਵਾਸਤੇ। ਤੇ ਫਿਰ ਮੈਂ 2020 ਜਦੋਂ ਆਇਆ, ਮੈਂ ਉਹਨਾਂ ਦੇ ਰਾਈਟਰਸ ਨਾਲ ਬੈਠ ਕੇ 4 ਸੀਜ਼ਨ ਦਾ ਪੂਰਾ ਆਰਕ ਬਣਾਇਆ, ਤੇ ਉਹ ਫਿਰ ਉਹਨਾਂ ਨੂੰ ਬਣਾਉਣ ਵਾਸਤੇ ਇੱਕ ਸਟੂਡੀਓ ਵੀ ਲੱਭ ਗਿਆ ਜਿਹਦਾ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਕੁਝ ਅਨਾਊਂਸ ਨਹੀਂ ਹੋਇਆ ਹਾਲੇ, ਪਰ ਵਿੱਚ ਪੈਂਡੈਮਿਕ ਆ ਗਿਆ। ਸੋ ਕਹਿਣਾ ਮੈਂ ਤੁਹਾਨੂੰ ਇਹ ਚਾਹੁੰਦਾ ਹਾਂ ਕਿ ਉਪਰਾਲੇ ਸ਼ੁਰੂ ਹੋ ਗਏ ਨੇ, ਤੇ ਇਨਸ਼ਾ ਅੱਲਾ ਇਹ ਕਿਉਂਕਿ ਬੜਾ ਕੰਪਲਿਕੇਟਡ ਸੀਰੀਜ਼ ਹੈਗੀ ਹੈ, ਇਹਦੀ ਪਲਾਟ ਲਾਈਨ ਸਾਰਾ ਕੁਝ, ਪੈਸੇ ਵੀ ਬੜੇ ਲੱਗਣੇ ਨੇ, ਥੋੜਾ ਟਾਈਮ ਲੱਗੇਗਾ, ਪਰ ਬਣ ਰਹੀਆਂ ਨੇ। ਹਾਂਜੀ, ਵਿਊਅਰਸ ਬਹੁਤ ਹੈਗੇ ਨੇ, ਦੇਖਣ ਵਾਲੇ ਬਹੁਤ ਹੋਣਗੇ। ਉਹਨਾਂ ਦੀ ਕਾਫੀ ਹੈ ਕਿ ਅਨੀ ਹੁਸੈਨ ਜੁਲਾਹਾ ਨਾ ਉਹ ਮੰਗਿਆ ਨਾ ਪਰਨਾਇਆ, ਨਾ ਉਸ ਗੰਢ ਨਾ ਸਾਹਾ, ਨਾ ਉਹ ਮੂਮਨ ਨਾ ਉਹ ਕਾਫਰ,
ਨਾ ਘਰ ਬਾਰੀ ਨਾ ਮੁਸਾਫਿਰ, ਜੋ ਆਹ ਸੋ ਆ। ਇਹ ਥੋੜ੍ਹੀ ਜਿਹੀ ਇਹਦੇ ਵਿੱਚ ਗੱਲ ਮੈਂ ਤੁਹਾਡੀ ਕਰੈਕਟ ਕਰ ਦਿਆਂ। ਉਹ ਦਿੱਲੀ ਤੋਂ ਨਹੀਂ ਆ ਰਹੇ ਸੀ। ਪਹਿਲੀ ਗੱਲ, ਉਹ ਪੁੱਤਰ ਨਹੀਂ ਸਨ, ਉਹ ਪੋਤਰੇ ਸਨ ਉਹਨਾਂ ਦੇ, ਅਤੇ ਉਹ ਰਹਿੰਦੇ ਸਨ ਪ੍ਰੀਤਨਗਰ, ਅਤੇ ਉਹ ਐਕਚੁਅਲੀ ਮੇਰਾ ਹੀ ਪਰਿਵਾਰ ਹੈ, ਸੋ ਮੈਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਪਤਾ ਹੈ। ਅਤੇ ਉਹ ਉੱਥੇ ਹੀ ਉਹਨਾਂ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਮਾਰ ਦਿੱਤਾ ਗਿਆ ਸੀ। ਅਤੇ ਇਹ ਇਲਜ਼ਾਮ ਜ਼ਰੂਰ ਲੱਗਾ ਸੀ ਕਿ ਇਹ ਖੜਕੂਆਂ ਦਾ ਕੰਮ ਹੈ, ਪਰ ਉਸ ਟਾਈਮ 'ਤੇ ਕਿਸੇ ਵੀ ਚੀਜ਼ ਨੂੰ ਸਾਬਿਤ ਕਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ। ਅਤੇ ਪੰਜਾਬ ਦੇ ਟਾਈਮ 'ਤੇ ਉਦੋਂ ਵਾਇਲੈਂਸ ਬੜਾ ਹੈਗਾ ਸੀ, ਅਤੇ ਕਿਸੇ ਨੂੰ ਅੱਜ ਤੱਕ ਨਹੀਂ ਪਤਾ ਕਿ ਕੌਣ ਕਿਹਨੂੰ ਕੀ ਕਰ ਰਿਹਾ ਸੀ ਅਤੇ ਕਿਉਂ। ਸੋ ਇਹ ਇੱਕ ਨਾ ਬਹੁਤ ਕੰਪਲੀਕੇਟਡ ਇਸ਼ੂ ਹੈਗਾ, ਅਤੇ ਮੇਰਾ ਖਿਆਲ ਇਹਦੇ ਤੋਂ ਅਸੀਂ ਅੱਜ ਦੂਰ ਹੀ ਰਹੀਏ ਤਾਂ ਬੈਟਰ ਹੈ, ਕਿਉਂਕਿ ਇਹਦੀ ਐਨਰਜੀ ਵੀ ਬਿਲਕੁਲ ਸਾਨੂੰ ਹੋਰ ਪਾਸੇ ਲੈ ਜਾਂਦੀ ਹੈਗੀ ਹੈ। ਅੱਜ ਆਪਾਂ ਸ਼ਾਹ ਹੁਸੈਨ ਦੀ ਗੱਲ ਕਰਦੇ ਹਾਂ, ਮੁਹੱਬਤ ਦੀ ਗੱਲ ਕਰਦੇ ਹੈਗੇ ਹਾਂ, ਬਿਨਾਂ ਜੱਜਮੈਂਟ ਦੇ ਜੀਣ ਦੀ ਗੱਲ ਕਰਦੇ ਹੈਗੇ ਹਾਂ। ਇਹ ਵੀ ਗੱਲ ਕਰਾਂਗੇ, ਪਰ ਇਹ ਕਿਸੇ ਹੋਰ ਟਾਈਮ 'ਤੇ। ਤੇ ਤੁਹਾਨੂੰ ਸ਼ਾਹ ਹੁਸੈਨ ਦੀ ਸ਼ਾਇਰੀ ਦੇ ਉਗੜਵੇਂ ਪੱਖ ਕਿਹੜੇ ਨੇ ਬੋਲਣਾ ਕਿ ਤੁਸੀਂ, ਕਿਉਂਕਿ ਅਸੀਂ ਸ਼ਾਹ ਹੁਸੈਨ ਦੀ ਲਾਈਫ ਤੇ ਗੱਲ ਕੀਤੀ ਹੈ, ਲੇਕਿਨ ਸ਼ਾਇਰੀ ਤੇ ਵੀ ਜੇ ਹੋਵੇ ਜੀ। ਸੋ ਜਿਹੜੇ ਤੁਸੀਂ ਰੈਫਰੈਂਸਿਸ ਸਾਈਟ ਕੀਤੇ ਨੇ, ਇਹ ਮੇਰੇ ਵੀ ਤਕਰੀਬਨ ਨੈਣ ਸੁਖਚੀ ਦਾ ਨਾਵਲ ਨਹੀਂ ਮੈਂ ਪੜ੍ਹਿਆ, ਮੈਂ ਜਾਣਬੁੱਝ ਕੇ ਨਹੀਂ ਪੜ੍ਹਿਆ ਆਪਣਾ ਲਿਖਣ ਵੇਲੇ, ਕਿਉਂਕਿ ਉਹ ਕੀ ਹੁੰਦਾ ਹੈ ਕਿ ਹਰ ਇੱਕ ਚੀਜ਼ ਦਾ ਤੁਹਾਡੇ 'ਤੇ ਇਨਫਲੂਐਂਸ ਹੁੰਦਾ ਹੈਗਾ। ਅਤੇ ਕਿਉਂਕਿ ਮੈਨੂੰ ਇਹ ਦੱਸਿਆ ਗਿਆ ਸੀ ਕਿ ਬੜਾ ਅੱਛਾ ਨਾਵਲ ਹੈਗਾ, ਮੈਂ ਕਿਹਾ ਕਿ ਮੈਂ ਪਹਿਲਾਂ ਆਪਣਾ ਲਿਖ ਲਾਂਗਾ, ਪਬਲਿਸ਼ ਹੋ ਜਾਏਗਾ, ਫਿਰ ਮੈਂ ਪੜ੍ਹਾਂਗਾ। ਸੋ ਉਹਨਾਂ ਦਾ ਨਾਵਲ ਮੈਂ ਹਾਲੇ ਤੱਕ ਨਹੀਂ ਪੜ੍ਹਿਆ। ਫੋਕਲੋਰ ਬਹੁਤ ਹੈ ਸ਼ਾਹ ਹੁਸੈਨ ਬਾਰੇ, ਹਿਸਟਰੀ ਬਹੁਤ ਘੱਟ ਹੈ। ਹਕੀਕਤ ਅਲ ਫੁਕਰਾ ਜਿਹੜੇ ਕੁਛ ਵੈਸਟਰਨ ਸਕਾਲਰਸ ਉਹਨੂੰ ਬਹੁਤ ਅਹਿਮੀਅਤ ਦਿੰਦੇ ਨੇ, ਪਰ ਹਕੀਕਤ ਅਲ ਫੁਕਰਾ ਦੇ ਵਿੱਚ ਵੀ ਥੋੜ੍ਹੀਆਂ ਜਿਹੀਆਂ ਪ੍ਰੋਬਲਮਸ ਨੇ, ਕਿਉਂਕਿ ਉਹਦੇ ਵਿੱਚ ਕੁਛ ਐਸੀਆਂ ਗੱਲਾਂ ਲਿਖੀਆਂ ਨੇ ਕਿ ਮਾਧੋ ਦੀ ਇਨੀਸ਼ੀਏਸ਼ਨ ਸ਼ਾਹ ਹੁਸੈਨ ਦੇ ਹੱਥੋਂ ਕਿਸ ਤਰ੍ਹਾਂ ਕੀਤੀ ਗਈ। ਅਤੇ ਉਹਦੇ 'ਚ ਮਸਲਾ ਇਹ ਆਉਂਦਾ ਹੈ ਕਿ ਜਿਹੜੇ ਰਾਈਟਰ ਸਨ ਹਕੀਕਤ ਅਲ ਫੁਕਰਾ ਦੇ, ਉਹ ਸ਼ਾਹ ਹੁਸੈਨ ਦੇ ਮੁਰੀਦ ਨਹੀਂ ਸਨ ਹੈਗੇ, ਉਹ ਮਾਧੋ ਦੇ ਮੁਰੀਦ ਸਨ। ਸੋ ਉਹਨਾਂ ਨੇ ਜੋ ਕੁਛ ਵੀ ਲਿਖਿਆ ਨਾ, ਆਪਣੀ ਅੱਖਾਂ ਨਾਲ ਨਹੀਂ ਦੇਖਿਆ, ਉਹਨਾਂ ਨੇ ਸੁਣੀ ਸੁਣਾਈ ਗੱਲਾਂ ਲਿਖੀਆਂ ਨੇ। ਸੋ ਇੰਜ ਦੇ ਸਾਡੇ ਤਕਰੀਬਨ ਸਾਰੇ ਸੋਰਸਿਸ ਨੇ। ਪਰ ਤੁਹਾਡੇ ਸਵਾਲ 'ਤੇ ਮੈਂ ਆਵਾਂ, ਮੇਰਾ ਜਿਹੜਾ ਇੰਗੇਜਮੈਂਟ ਸ਼ਾਹ ਹੁਸੈਨ ਦੀ ਕਵਿਤਾ ਦੇ ਨਾਲ ਸੀ ਨਾ, ਕਾਫੀਆਂ ਨਾਲ ਸੀ, ਉਹ ਇੰਟੈਲੈਕਚੁਅਲ ਇੰਗੇਜਮੈਂਟ ਬਿਲਕੁਲ ਨਹੀਂ ਸੀ ਹੈਗਾ, ਉਹ ਜਜ਼ਬਾਤੀ ਸੀ। ਕਿਉਂਕਿ ਮੈਨੂੰ ਸ਼ਾਹ ਹੁਸੈਨ ਦੀ ਕਾਫੀਆਂ ਇੱਕ ਨਿੱਜੀ ਤੌਰ 'ਤੇ ਬਹੁਤ ਮੈਨੂੰ ਇਫੈਕਟ ਕਰਦੀਆਂ ਨੇ, ਅਤੇ ਮੈਂ ਸ਼ਾਹ ਹੁਸੈਨ ਨੂੰ ਇਸ ਨਜ਼ਰ ਨਾਲ ਨਹੀਂ ਪੜ੍ਹਿਆ ਕਿ ਮੈਂ ਉਸ ਟਾਈਮ ਦੇ ਹਾਲਾਤਾਂ ਨੂੰ ਬਾਰੇ ਮੈਂ ਸਮਝਣਾ ਚਾਹਵਾਂ, ਜਾਂ ਜੋ ਸ਼ਾਹ ਹੁਸੈਨ, ਕਿਉਂਕਿ ਸ਼ਾਹ ਹੁਸੈਨ ਆਪਣੀ ਜਾਤ ਦੀ ਗੱਲ ਕੁਝ ਕਾਫੀਆਂ ਦੇ ਵਿੱਚ ਕਰਦੇ ਨੇ। ਮੇਰਾ ਜਿਹੜਾ ਸ਼ਾਹ ਹੁਸੈਨ ਦਾ ਇੱਕ ਕਿਸਮ ਦਾ ਐਂਟਰੀ ਪੁਆਇੰਟ ਤੁਸੀਂ ਕਹਿ ਲਓ, ਉਹ ਸੀ ਇੱਕ ਜਿਹਦੇ ਵਿੱਚ ਐਕਸਪ੍ਰੈਸ਼ਨ ਹੈਗਾ ਮੁਹੱਬਤ ਦਾ, ਪਿਆਰ ਦਾ, ਅਤੇ ਦੂਸਰਾ ਵਿਛੋੜੇ ਦਾ। ਸੋ ਪਿਆਰ ਅਤੇ ਵਿਛੋੜਾ, ਇਹ ਦੋ ਚੀਜ਼ਾਂ ਸ਼ਾਹ ਹੁਸੈਨ ਦੀ ਕਾਫੀਆਂ ਦੇ ਵਿੱਚ, ਇਹਨਾਂ ਨੇ ਮੈਨੂੰ ਸ਼ਾਹ ਹੁਸੈਨ ਦੀ ਕਾਫੀਆਂ ਵੱਲ ਬਹੁਤ ਅਟਰੈਕਟ ਕੀਤਾ। ਅਤੇ ਮੇਰੀ ਕਿਤਾਬ ਦੇ ਵਿੱਚ ਵੀ ਜਿੰਨੀਆਂ ਕਾਫੀਆਂ ਨੈਰੇਟਿਵ ਦੇ ਵਿੱਚ ਹਨ, ਉਹ ਸ਼ਾਇਦ ਸਾਰੀਆਂ ਇਸ ਤਰ੍ਹਾਂ ਦੀਆਂ ਹੀ ਕਾਫੀਆਂ ਹਨ। ਅਤੇ ਤੀਸਰੀ ਚੀਜ਼ ਸ਼ਾਹ ਹੁਸੈਨ ਦੇ ਵਿੱਚ ਜਿਹਨੇ ਮੈਨੂੰ ਬਹੁਤ ਇਫੈਕਟ ਕੀਤਾ, ਕਿਉਂਕਿ ਇਹ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਵਿੱਚ ਵੀ ਇਹ ਗੱਲ ਬਾਰ-ਬਾਰ ਆਉਂਦੀ ਹੈਗੀ ਹੈ, ਇਨਸਾਨ ਨੂੰ ਇਸ ਗੱਲ ਦਾ ਅਹਿਸਾਸ ਦਿਲਾਣਾ ਕਿ ਦੁਨੀਆ ਦੇ ਵਿੱਚ ਤੁਹਾਡਾ ਜਿਹੜਾ ਸਮਾਂ ਹੈਗਾ ਹੈ ਨਾ, ਉਹ ਸੀਮਤ ਹੈ, ਉਹ ਕਦੀ ਮੁੱਕ ਜਾਣਾ ਹੈ। ਅਤੇ ਅਹਿਸਾਸ ਇਸ ਕਰਕੇ ਨਹੀਂ ਦਿਲਾਣਾ ਕਿ ਤੁਸੀਂ ਇਸ ਗੱਲ ਤੋਂ ਦੁਖੀ ਹੋਵੋ ਕਿ ਵੀ ਅਸੀਂ ਇੱਥੇ ਹਮੇਸ਼ਾ ਵਾਸਤੇ ਨਹੀਂ ਰਹਿਣਾ, ਅਤੇ ਸਭ ਨੂੰ ਪਤਾ ਜਾਣਾ ਹੈ, ਪਰ ਅਹਿਸਾਸ ਇਸ ਕਰਕੇ ਦਿਲਾਣਾ ਕਿਉਂਕਿ ਉਸ ਅਹਿਸਾਸ ਦੇ ਨਾਲ ਜੇ ਅਸੀਂ ਆਪਣਾ ਜੀਵਨ ਜੀਵੀਏ ਤਾਂ ਫਿਰ ਸਾਡੇ ਐਕਸ਼ਨਸ ਸ਼ਾਇਦ ਥੋੜ੍ਹੇ ਜਿਹੇ ਫਰਕ ਹੋਣ। ਅਸੀਂ ਥੋੜ੍ਹਾ ਹਰ ਕੰਮ, ਹਰ ਗੱਲ ਥੋੜ੍ਹਾ ਜਿਹਾ ਸੋਚ ਸਮਝ ਕੇ ਕਰੀਏ। ਸੋ ਕੁਝ ਕਾਫੀਆਂ ਹਨ ਜਿਹੜੀਆਂ ਕਿ ਇਹ ਬਰਖੁਰਦਾਰ ਮੈਨੂੰ ਕਦੀ ਗਾਣ ਨਹੀਂ ਦਿੰਦੇ, ਕਹਿੰਦੇ ਬੜੇ ਦੁਖੀ ਕਾਫੀਆਂ ਹੈਗੀਆਂ ਨੇ। ਇਹ ਦੁਖੀ ਕਾਫੀਆਂ ਨਹੀਂ ਹੈਗੀਆਂ, ਉਹਨਾਂ ਦੇ ਵਿੱਚ
ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਗਈ ਹੈ ਤੇ ਐਸੇ ਢੰਗ ਨਾਲ ਬਿਆਨ ਕੀਤੀ ਗਈ ਹੈ ਕਿ ਬਿਲਕੁਲ ਤੁਹਾਡੇ ਦਿਲ ਨੂੰ ਛੋ ਜਾਂਦੀਆਂ ਨੇ। ਸੋ ਮੇਰੀ ਇੰਗੇਜਮੈਂਟ ਸ਼ਾਹ ਹੁਸੈਨ ਦੀ ਪੋਇਟਰੀ ਦੇ ਨਾਲ ਇਸ ਤਰ੍ਹਾਂ ਦੀ ਹੈਗੀ ਹੈ, ਇੱਕ ਇਮੋਸ਼ਨਲ ਲੈਵਲ ਤੇ, जज्बाती लेवल पे। स्पेसिफिकली इस एंगल से शाह हुसैन को अप्रोच नहीं किया है, लेकिन एक एग्जाम्पल हम ले लेते हैं, दुखों की रोटी सूलों का सालन आही दा बालन बाल। सो इससे पावरफुल मेटाफोर मेरे ध्यान में नहीं आता है अबाउट द एगनी ऑफ सेपरेशन, कि ये मेरा हाल है कि दुखों की मैंने रोटी बनाई है और सूल आर द थॉर्न्स ऑफ द अकेशिया ट्री, उनका मैंने सालन बनाया है, और जो मेरे साइज हैं आहों को बाल के आग, उस आग पे मैंने दुखों की रोटी पकाई है। सो ये बार बार ऐसे आता है कई काफ़ियों में। तो मे बी जब मैं आपको काफ़ियाँ सुनाऊँगा, मे बी वी कैन एम्फसाइज सम ऑफ दोज मेटाफोर्स, क्योंकि ऐसे बैठे मेरे ध्यान में नहीं आ रहा है। द फर्स्ट मेटाफोर दैट केम टू माइंड वाज दिस पर्टिकुलर वन। मैं क्योंकि काफ़ी मुश्किल टॉपिक्स बारे लिखता हाँ, ट्रामा बारे भी लिखता हाँ, रीसेंट हिस्टरी के ट्रामा बारे भी लिखता हाँ, मैनू हमेशा इस गल का बहुत एहसास होता है कि जब असी जुल्म की गल करते हैं ना, उदों गल स्पष्टी नाल कीती जाए, जनरलाइज कदी ना किया जाए। मैं तुहानूं कुछ एग्जाम्पल्स दिना वा। हुण जदों मैं 84 बारे गल की, बहुत लंबी चौड़ी गल की, मेरी बेटी ने मेरे एक कविता के आधार पर प्ले तैयार किया 84 के वायलेंस बारे, ਜਿਹੜਾ ਅਸੀਂ 90 ਵਾਰ ਤੋਂ ਜ਼ਿਆਦਾ ਜਾ ਕੇ 6 ਮੁਲਕਾਂ ਦੇ ਵਿੱਚ ਦਿਖਾਇਆ, ਤੇ ਅਕਸਰ ਇਹ ਸਵਾਲ ਆਉਂਦੇ ਸਨ। ਹੁਣ ਮੈਨੂੰ ਯਾਦ ਹੈ ਸਾਡਾ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਪਰਫਾਰਮੈਂਸ ਹੋਇਆ ਸੀ, ਤੇ ਇੱਕ ਬੱਚੀ ਉੱਠੀ, ਮੇਰੇ ਖਿਆਲ 22-23 ਸਾਲ ਉਹਦੀ ਉਮਰ ਹੋਣੀ ਹੈ, ਉਹ ਸਿੱਖ ਨਹੀਂ ਸੀ ਹੈਗੀ, ਉਹ ਹਿੰਦੂ ਸੀ, ਤੇ ਉੱਠ ਕੇ ਕਹਿੰਦੀ ਕਿ ਮੈਨੂੰ ਬੜਾ ਅਫਸੋਸ ਹੈ ਕਿ 84 ਦੇ ਵਿੱਚ ਹਿੰਦੂਆਂ ਨੇ ਸਿੱਖਾਂ 'ਤੇ ਹਮਲਾ ਕੀਤਾ। ਮੈਂ ਉਹਨੂੰ ਉੱਥੇ ਹੀ ਰੋਕਤਾ। ਮੈਂ ਕਿਹਾ ਕੌਣ ਕਹਿੰਦਾ ਹੈ ਹਿੰਦੂਆਂ ਨੇ ਸਿੱਖਾਂ 'ਤੇ ਹਮਲਾ ਕੀਤਾ 84 ਦੇ ਵਿੱਚ? ਕੋਈ ਹਿੰਦੂਆਂ ਨੇ ਸਿੱਖਾਂ 'ਤੇ ਨਹੀਂ ਹਮਲਾ ਕੀਤਾ। ਇਹ ਇੱਕ ਸਿਆਸੀ ਗੱਲ ਸੀ, ਇੱਕ ਪੋਲੀਟੀਕਲ ਪਾਰਟੀ ਸੀ, ਉਹਦੇ ਕੁਝ ਆਬਜੈਕਟਿਵ ਸਨ। ਪੋਲੀਟੀਕਲ ਪਾਰਟੀ ਦੇ ਵਿੱਚ ਵੀ ਕੁਝ ਖਾਸ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਇਹ ਕਤਲੇਆਮ ਕਰਵਾਇਆ। ਸੋ ਇਸ ਕਰਕੇ ਇਸ ਤਰ੍ਹਾਂ ਦੀ ਰਾਈਟਿੰਗ ਦੇ ਵਿੱਚ ਸਪੈਸੀਫਿਸਿਟੀ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ, क्योंकि साड़ी टेंडेंसी है कि असी जनरलाइजेशनस दे विच बड़ी छेती चले जाने आ। हुण देखो सिख गुरु साहिबान ते मुगल बादशाहां दा रिश्ता बाबर तो लैके तकरीबन अंत तक चलता आया, शाह आलम तक चलता आया, दूसरे शाह आलम तक। ते जे तुसी सिख इतिहास नूं थोड़ा जिहा ध्यान दे नाल पढ़ो तो ਉਹਦੇ ਵਿੱਚ ਐਟਲੀਸਟ ਮੇਰੀ ਜੋ ਰੀਡਿੰਗ ਹੈ, ਕਿਉਂਕਿ ਮੈਂ ਸਾਡੇ ਸਿੱਖਾਂ ਦੇ ਸੋਰਸਿਸ ਬਹੁਤ ਪੜ੍ਹਦਾ ਹਾਂ ਅਤੇ ਮੈਂ ਬਹੁਤ ਉਹਨਾਂ ਨੂੰ ਯੂਜ਼ ਵੀ ਕਰਦਾ ਹਾਂ ਆਪਣੀ ਰਾਈਟਿੰਗ ਦੇ ਵਿੱਚ। ਬੜੇ ਇੱਕ ਕੋਈ ਇਸ ਤਰ੍ਹਾਂ ਬਰੋਡ ਬਰਸ਼ ਨਹੀਂ ਕੀਤਾ ਜਾਂਦਾ ਜਿਹੜੀ ਉਸ ਟਾਈਮ ਦੀ ਹਕੂਮਤ ਸੀ, ਕਿਉਂਕਿ ਦੇਖੋ ਜਿੱਥੇ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ 'ਤੇ ਬਿਠਾਇਆ, ਉਸ ਤੋਂ ਪਹਿਲਾਂ ਅਕਬਰ ਹਲੀਮੀ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਕੋਲ ਮਿਲਣ ਵੀ ਆਇਆ ਸੀ, ਆ ਕੇ ਉਹਨਾਂ ਨੂੰ ਮਿਲਿਆ ਵੀ, ਲੰਗਰ ਵੀ ਛਕਿਆ, ਉੱਥੇ ਬਦੋ ਬਦੀ ਲੈਂਡ ਗ੍ਰਾਂਟ ਵੀ ਦੇ ਕੇ ਗਿਆ। ਅਕਬਰ ਅਤੇ ਜਹਾਂਗੀਰ ਦੇ ਵਿੱਚ ਬੜਾ ਫਰਕ ਸੀ। ਹੁਣ ਉਹ ਵੀ ਮੁਸਲਮਾਨ ਬਾਦਸ਼ਾਹ ਸੀ, ਉਹ ਵੀ ਮੁਸਲਮਾਨ ਬਾਦਸ਼ਾਹ ਸੀ। ਸੋ ਜਦੋਂ ਐਟਲੀਸਟ ਮੈਂ ਹਿਸਟਰੀ ਨੂੰ ਪੜ੍ਹਦਾ ਵਾਂ, ਜਿਹੜੇ ਔਰੰਗਜ਼ੇਬ ਦੇ ਐਕਸ਼ਨਸ ਨੇ ਉਹ ਮੁਸਲਮਾਨ ਦੇ ਐਕਸ਼ਨਸ ਨਹੀਂ ਦਿਸਦੇ ਮੈਨੂੰ, ਉਹ ਔਰੰਗਜ਼ੇਬ ਦੇ ਐਕਸ਼ਨਸ ਦਿਸਦੇ ਨੇ। ਅਤੇ ਇਹ ਤੁਸੀਂ ਇੱਕ ਬੜਾ ਵਧੀਆ ਪੁਆਇੰਟ ਤੁਸੀਂ ਰੇਜ਼ ਕੀਤਾ ਹੈ ਕਿ ਸਾਨੂੰ ਜਨਰਲਾਈਜ਼ ਨਹੀਂ ਕਰਨਾ ਚਾਹੀਦਾ। ਅਤੇ ਬਹੁਤ ਹੱਦ ਤੱਕ ਕਿ ਸਿੱਖ ਇਤਿਹਾਸ ਦੇ ਵਿੱਚ ਇਹ ਜਨਰਲਾਈਜੇਸ਼ਨ ਹੁੰਦੀ ਵੀ ਨਹੀਂ। ਹੁਣ ਅਸੀਂ ਬਹੁਤੀ ਕੰਟਰੋਵਰਸ਼ੀਅਲ ਟੌਪਿਕਸ ਵੱਲ ਨਾ ਜਾਈਏ, ਪਰ ਅਸੀਂ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਦੇਖੀਏ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਜੰਗਾਂ ਲੜੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਦੇ ਨਾਲ ਜੰਗਾਂ ਲੜੀਆਂ। ਸਰਹੰਦ ਉਸ ਟਾਈਮ 'ਤੇ ਪੰਜਾਬ ਦਾ ਸੈਕੰਡ ਮੋਸਟ ਇੰਪੋਰਟੈਂਟ ਸਿਟੀ ਸੀ। ਵਜ਼ੀਰ ਖਾਨ ਉੱਥੋਂ ਦਾ ਸੂਬੇਦਾਰ ਸੀ, ਬੜੀ ਵੱਡੀ ਫੌਜ ਸੀ। ਵਜ਼ੀਰ ਖਾਨ ਦੇ ਨਾਲ ਵੀ ਲੜਾਈਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ।
ਪਰ ਨਾਲ ਸਭ ਤੋਂ ਜ਼ਿਆਦਾ ਲੜਾਈਆਂ ਉਹਨਾਂ ਦੀਆਂ ਉਹਨਾਂ ਹਿੰਦੂ ਰਾਜਿਆਂ ਦੇ ਨਾਲ ਹੋਈਆਂ ਜਿਨ੍ਹਾਂ ਦੀਆਂ ਰਿਆਸਤਾਂ ਅਨੰਦਪੁਰ ਸਾਹਿਬ ਦੇ ਇਰਦ ਗਿਰਦ ਸਨ। ਸੋ ਜਦੋਂ ਅਸੀਂ ਆਪਣੀ ਹਿਸਟਰੀ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਇਹ ਮੈਂ ਆਪਣੀ ਗੱਲ ਕਰ ਰਿਹਾ ਵਾਂ, ਪਰ ਈਵਨ ਹਿਸਟੋਰੀਅਨਸ ਮੈਂ ਜਿੰਨੇ ਵੀ ਪੜ੍ਹੇ ਨੇ, ਦੇਖੋ ਕੁਝ ਹਿਸਟੋਰੀਅਨਸ ਇੰਝ ਦੇ ਹੁੰਦੇ ਨੇ ਜਿਹੜੇ ਕਿ ਇੱਕ ਰਿਲੀਜੀਅਸ ਸਲੈਂਟ ਦਿੰਦੇ ਨੇ, ਪਰ ਬਹੁਤ ਹੱਦ ਤੱਕ ਕਿ ਮੈਂ ਜਿੰਨੀਆਂ ਵੀ ਹਿਸਟਰੀਜ਼ ਪੜ੍ਹੀਆਂ ਸਿੱਖ ਹਿਸਟੋਰੀਅਨਸ ਦੀਆਂ, ਉਹਦੇ ਵਿੱਚ ਜਿਸ ਤਰ੍ਹਾਂ ਡਾਕਟਰ ਗੰਡਾ ਸਿੰਘ ਸਾਡੇ ਬੜੇ ਮਸ਼ਹੂਰ ਹਿਸਟੋਰੀਅਨ ਹੋਏ ਨੇ, ਉਹਨਾਂ ਦੀ ਰਾਈਟਿੰਗ ਦੇ ਵਿੱਚ ਮੈਨੂੰ ਕਦੀ ਇਸ ਟਾਈਪ ਦੀ ਜਨਰਲਾਈਜੇਸ਼ਨ ਜਾਂ ਬਾਇਸ ਨਹੀਂ ਦਿਸੀ, ਅਤੇ ਮੇਰੀ ਰਾਈਟਿੰਗ ਦੇ ਵਿੱਚ ਤਾਂ ਤੁਹਾਨੂੰ ਬਿਲਕੁਲ ਹੀ ਨਹੀਂ ਦਿਸੇਗੀ, ਕਿਉਂਕਿ ਮੈਂ ਬਹੁਤ ਸੈਂਸਿਟਿਵ ਹਾਂ ਇਸ ਗੱਲ ਵੱਲੋਂ ਕਿ ਪਰਸਪੈਕਟਿਵ ਇਜ਼ ਵੈਰੀ ਵੈਰੀ ਇੰਪੋਰਟੈਂਟ। ਹੁਣ ਤੁਸੀਂ ਸੋਹਣ ਲਾਲ ਸੂਰੀ ਨੂੰ ਪੜ੍ਹੋ, ਜਿਹੜਾ ਕਿ ਰਣਜੀਤ ਸਿੰਘ ਦਾ ਰੋਜ਼ਨਾਮਚਾ ਲਿਖਦਾ ਸੀ। ਉਹ ਲਿਖਦਾ ਹੈ ਕਿ ਜਦੋਂ ਸਿੱਖਾਂ ਨੇ ਪੇਸ਼ਾਵਰ 'ਤੇ ਕਬਜ਼ਾ ਕੀਤਾ ਅਤੇ ਬਹੁਤ ਆਰਾਮ ਨਾਲ ਕਬਜ਼ਾ ਹੋ ਗਿਆ, ਪੇਸ਼ਾਵਰ ਦੇ ਲੋਕ ਬੜੇ ਖੁਸ਼ ਹੋਏ ਅਤੇ ਰਣਜੀਤ ਸਿੰਘ ਦਾ ਰਾਜ ਪੇਸ਼ਾਵਰ 'ਚ ਆ ਗਿਆ। ਹੁਣ ਤੁਸੀਂ ਓਲਾਫ ਕੈਰੋ ਦੀ ਦ ਪਠਾਨਸ ਪੜ੍ਹੋ ਅਫਗਾਨ ਸੋਰਸਿਸ ਤੋਂ, ਉਹ ਕਹਿੰਦੇ ਸਿੱਖਾਂ ਨੇ ਸਾਡਾ ਤਬਾਹ ਕਰਤਾ ਸਾਰਾ ਕੁਝ, ਸਾਡੇ ਇੰਨੇ ਸੋਹਣੇ ਬਾਗ ਲੱਗੇ ਹੋਏ ਸਨ ਉਹ ਸਾਰੇ ਉਜਾੜ ਦਿੱਤੇ। ਸੋ ਪਰਸਪੈਕਟਿਵ ਇਜ਼ ਟ੍ਰਮੈਂਡਸਲੀ ਇੰਪੋਰਟੈਂਟ। ਅਤੇ ਜਦੋਂ ਅਸੀਂ ਇਹ ਅਕਾਊਂਟਸ ਪੜ੍ਹਦੇ ਹੈਗੇ ਹਾਂ, ਇਹ ਜਨਰਲਾਈਜੇਸ਼ਨ ਦੇ ਟਰੈਪ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਪੈਣਾ ਚਾਹੀਦਾ ਹੈਗਾ। ਸੋ ਹੁਣ ਜਿਹੜੀ ਮੇਰੀ ਲਾਸਟ ਕਿਤਾਬ ਆਈ ਹੈ ਕਾਲਡਰਨ ਸੋਰਡ ਐਂਡ ਵਿਕਟਰੀ, ਉਹ 18th ਸੈਂਚੁਰੀ ਦੀ ਹਿਸਟਰੀ ਹੈ, ਜਿਹੜੀ ਕਿ ਬੜੀ ਟਰਬੂਲੈਂਟ ਹਿਸਟਰੀ ਹੈਗੀ ਹੈ। ਹੁਣ ਜ਼ਕਰੀਆ ਖਾਨ ਨਵਾਬ ਜਿਹੜਾ ਲਾਹੌਰ ਦਾ ਹੁੰਦਾ ਸੀ, ਕਈ ਵਾਰੀ ਸਿੱਖ ਲਿਟਰੇਚਰ ਦੇ ਵਿੱਚ ਯੂਨੀਫਾਰਮਲੀ ਉਹਨੂੰ ਪੋਰਟਰੇ ਕੀਤਾ ਜਾਂਦਾ ਹੈਗਾ ਕਿ ਉਹਨੇ ਸਿੱਖਾਂ ਨੂੰ ਬੜੇ ਤਸੀਹੇ ਦਿੱਤੇ, ਅਤੇ ਦਿੱਤੇ ਵੀ, ਇਹਦੇ 'ਚ ਕੋਈ ਸ਼ੱਕ ਨਹੀਂ ਸੀ ਹੈਗਾ। ਪਰ ਹੁਣ ਤੁਸੀਂ ਜੇ ਉਹਨੂੰ ਦੂਸਰੇ ਪਰਸਪੈਕਟਿਵ ਤੋਂ ਦੇਖੋ, ਮੁਹੰਮਦ ਲਤੀਫ ਸਾਹਿਬ ਲਿਖਦੇ ਨੇ, ਹੋਰ ਹਿਸਟੋਰੀਅਨਸ ਵੀ ਲਿਖਦੇ ਨੇ ਕਿ ਜ਼ਕਰੀਆ ਖਾਨ ਵਾਜ਼ ਐਨ ਇਨਲਾਈਟਨਡ ਗਵਰਨਰ। ਫਰੋਮ ਹਿਜ਼ ਪਰਸਪੈਕਟਿਵ ਸਿੱਖ ਬਾਗੀ ਸਨ, ਉਹ ਡਾਕੇ ਪਾਉਂਦੇ ਸਨ ਅਤੇ ਉਹਨੇ ਉਹਨਾਂ ਨੂੰ ਕਾਬੂ ਕਰਨਾ ਸੀ। ਸੋ ਇੱਥੇ ਪਰਸਪੈਕਟਿਵ ਬੜਾ ਇੰਪੋਰਟੈਂਟ ਹੋ ਜਾਂਦਾ ਹੈ। ਅਤੇ ਜਦੋਂ ਤੁਸੀਂ ਇਤਿਹਾਸ ਲਿਖਦੇ ਹੋ ਤਾਂ ਬਹੁਤ ਜ਼ਰੂਰੀ ਹੈ ਮੇਰੇ ਹਿਸਾਬ ਦੇ ਨਾਲ ਕਿ ਤੁਸੀਂ ਬੈਲੈਂਸ ਪਰਸਪੈਕਟਿਵਸ ਦੇ ਨਾਲ ਲਿਖੋ, ਕਿਉਂਕਿ ਉਹ ਫਿਰ ਦੇਖੋ ਸੱਚਾਈ ਕਈ ਤਰੀਕਿਆਂ ਨਾਲ ਬਿਆਨ ਕੀਤੀ ਜਾ ਸਕਦੀ ਹੈ, ਅਤੇ ਜੇ ਤੁਸੀਂ ਅੱਧੀ ਚੀਜ਼ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਅਤੇ ਫਿਰ ਤੁਸੀਂ ਬਾਕੀ ਅੱਧੀ ਜਿਹੜੀ ਸੱਚ ਵੀ ਲਿਖੀ ਹੋਏ ਤਾਂ ਫਿਰ ਉਹ ਪੂਰੀ ਸੱਚਾਈ ਨਹੀਂ ਬਣਦੀ। ਸੋ ਮੈਂ ਇਸ ਗੱਲ ਬਾਰੇ ਪਰਸਨਲੀ ਬਹੁਤ ਸੈਂਸਿਟਿਵ ਹਾਂ, ਪਰ ਤੁਹਾਡਾ ਸਵਾਲ ਦਾ ਜਵਾਬ ਮੇਰਾ ਕੋਲ ਇਹੀਓ ਹੈਗਾ ਕਿ ਮੈਂ ਜਿੰਨੀਆਂ ਵੀ ਸੋਰਸਿਸ ਪੜ੍ਹੀਆਂ ਨੇ, ਮੈਂ ਤਕਰੀਬਨ ਖਾਸ ਕਰਕੇ ਜਿਹੜੀਆਂ ਰੀਸੈਂਟ ਸੋਰਸਿਸ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਬਾਇਸ ਨਹੀਂ ਦੇਖਿਆ ਹੈਗਾ। तुझे गोर बुलावे घर आओ रे, तुझे गोर बुलावे घर आओ रे, आओ रे, आओ रे, तुझे गोर बुलावे घर आओ रे, जो आवे सो रहन ना पावे, जो आवे सो रहन ना पावे, क्या मीर मुल्क उमरा रे, क्या मीर मुल्क उमराओ रे, तुझे गोर बुलावे घर आओ रे, गोर बुलावे घर आओ रे, हरदम नाम
समाल साईं दा हरदम नाम, समाल साईं दा ए सर दारे, ए सर दारे, ए सर दारे। तुझे गोर बुलावे घर आबुरे, तुझे गोर बुलावे घर आबुरे। कहे हुसैन फकीर निवाणा, कहे हुसैन फकीर निवाणा। आखिर खाक समाओ रे, आखिर खाक समाओ रे, आखिर खाक समाओ रे। तुझे गोर बुलावे घर आबुरे, गोर बुलावे घर, गोर बुलावे घर, गोर बुलावे घर आओ रे। चोक रांझण दी जाना मैं भी, चोक रांझण दी जाना। नाल मेरे कोई चले मैं भी, चोक रांझण दी जाना। मित्रों बहुत मेहरबानी, बहुत शुक्रिया तुसी सारे आए। बस मैं आलम वालों और हस्तनीस वालों शुक्रिया अदा करने सतप्रीत सिंह साहब का।